फिर भाई वेखदे आ अमीरां नहीं वेखदे आ भाई ये ते साडे नाल भी बरकत वाले बंदे आ उन्हां वल मन वेख के ते होर तिलक जांदा मन कि भाई असीं ते बिल्कुल नीवें आ है। बाणी दे विच असीं रीड करांगे इस वचन नूं जबूरां दी किताब ओहदे 73 अध्याय ओहदी 1 आयत नूं रीड करांगे। जबूर 73 अध्याय ओहदी 1 आयत नूं रीड करांगे। जिन्हां कोल बाइबल है सो अपनी बाइबल नूं किरपा करके उच्ची आवाज दे नाल पढ़ दो तां जो सारिआं नूं सुन जाए कि भाई इस जगह ते की बोलिया जा रिहा। 73 नंबर जबूर ओहदी 1 अध्याय 1 आयत। सचमुच इस्राएल लई अथर खालस दिल वालिਆਂ ਦੇ ਲਈ ਪਰਮੇਸ਼ਰ ਭਲਾ ਹੈ। हालेलुया हालेलुया हालेलुया। सचमुच इस्राएल दे लई ते खालस दिल वालिਆਂ ਲਈ परमेश्वर कीया भला है। ਉਹਨਾਂ ਲੋਕਾਂ ਦੇ ਲਈ परमेश्वर ਯਿਸੂ ਮਸੀਹ ਭਲਾ ਹੈ ਜਿਹੜੇ ਖਾਲਸ ਦਿਲ ਨੇ ਜਿਹੜੇ ਪਵਿੱਤਰ ਦਿਲ ਨੇ ਜਿਹੜੇ ਸ਼ੁੱਧ ਮਨ ਨੇ ਉਹਨਾਂ ਲਈ परमेश्वर कीया ਭਲਾ ਹੈ। ਸੱਚ ਉਹ ਲੋਕ ਇਹੀ ਕਹਿੰਦੇ ਨੇ ਕਿ परमेश्वर ਤੂੰ ਭਲਾ ਵਾ। ਇਜ਼ਰਾਈਲ ਦੇਸ਼ ਕਹਿੰਦਾ परमेश्वर ਭਲਾ ਵਾ ਜਿਹੜਾ ਸਾਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢ ਲਿਆ। ਕਿਰਪਾ ਕਰਕੇ ਬੈਠ ਜਾਓ ਸਾਰੇ ਵਚਨ ਦੇ ਟਾਈਮ ਨਾ ਉਠੋ ਜੋ ਵੀ ਕੋਈ ਬਾਹਰ ਗਿਆ ਉਹਨਾਂ ਨੂੰ ਕਹੋ ਤਾਂ ਕਿ ਵਚਨ ਦੇ ਵਿੱਚ ਨਾ ਜਾਣ ਬਾਹਰ। ਹਾਲੇਲੂਇਆ ਹਾਲੇਲੂਇਆ। ਇਜ਼ਰਾਈਲ ਦੇਸ਼ ਦੇ ਖਾਲਸ ਦਿਲ ਵਾਲਿਆਂ ਲਈ परमेश्वर कीया ਭਲਾ ਹੈ ਭਲਾ ਹੈ। सचमुच भैनों भाईओ परमेश्वर भला वा उन्हां लोकां दे लई आ जिहड़े लोग परमेश्वर च सही चाल चलदे ने क्योंकि चाल भी अलग-अलग लोग चलदे ने। कई पाप बदी दे विच चाल चलदे ने और प्रार्थना दुआ और बाइबल रीडिंग कुछ नहीं उन्हां दे जीवन दे विच। पर कुछ लोग सिद्धी चाल चलदे ने कई लोग पुट्ठी चाल चलदे ने। पर जिहड़े पुट्ठी चलदे ने और वो लास्ट दे विच वो खुदा नूं ये शब्द नहीं कह सकदे कि तू भला वा तू सच्चा परमेश्वर तू बचाउण वाला खुदा वा। वो नहीं ये गल नूं कह सकदे। पर जो सही चाल चलदे ने सिद्धे मन नाल चलदे ने परमेश्वर दे विच पर वो खुदा नूं लास्ट दे विच यही कहंदे आ कि परमेश्वर तू सच्चा है तो तू भला वा। हालेलुया हालेलुया। इस जगह ते ज़बूर नूं लिखण वाला बंदा लिख रहा है कि इज़राइल दे लई खालिश दिल वालिਆਂ ਲਈ परमेश्वर कीया भला है। पढ़ दी अगे वचन नूं। पर मैं जो हाँ मेरे पैरों ਨੂੰ ਫਸਲਾਉਣ ਅਤੇ ਮੇਰੇ ਕਦਮਾਂ ਨੂੰ ਤਿਲਕਣ ਲੱਗੇ ਸਨ ਜਦ ਮੈਂ ਦੁਸ਼ਟਾਂ ਦਾ ਸੁਖਲਾਉਣ ਪੁਣਾ ਨਠਿਆ ਤਾਂ ਮੈਂ ਸਲੱਖਣ ਪੁਰਾ ਨਠਿਆ ਤਾਂ ਮੈਂ ਉਹਨਾਂ ਹਕਾਰੀਆਂ ਦੇ ਤੇ ਹੁਸਨਾ ਕੀਤੀ ਸੀ। ਉਹਨਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ ਸਗੋਂ ਉਹਨਾਂ ਦਾ ਸਰੀਰ ਮੋਟਾ ਹੈ। ਹਾਲੇਲੂਇਆ 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 ਹਾਲੇਲੂਇਆ। ਜਦੋਂ ਮੈਂ ਉਹਨਾਂ ਲੋਕਾਂ ਦੇ ਵੱਲ ਵੇਖਦਾ ਤੇ ਮੇਰੇ ਪੈਰ ਫਿਸਲ ਜਾਂਦੇ ਨੇ। ਜਦੋਂ ਮੈਂ ਅਮੀਰ ਲੋਕਾਂ ਦੇ ਵੱਲ ਵੇਖਦਾ ਵਾਂ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ ਮੈਂ ਉਹਨਾਂ ਲੋਕਾਂ ਦੇ ਵੱਲ ਵੇਖਦਾ ਭਾਈ ਇਹ ਤੇ ਪ੍ਰਭੂ ਨੂੰ ਵੀ ਨਹੀਂ ਮੰਨਦੇ ਤਾਂ ਵੀ ਇਹਨਾਂ ਦੇ ਵਿੱਚ ਇੰਨੀਆਂ ਬਰਕਤਾਂ ਇੰਨੀਆਂ ਆਸ਼ੀਸ਼ਾਂ ਇੰਨੀਆਂ ਗੱਡੀਆਂ ਕਾਰਾਂ ਦੇ ਵਿੱਚ ਰਹਿੰਦੇ ਨੇ। ਆਨਾ ਮੇਰੇ ਪੈਰ ਕੀਆ ਤਿਲਕਦੇ ਸੀ ਮੇਰੇ ਪੈਰ ਫਿਸਲਦੇ ਸੀ ਮੇਰੇ ਪੈਰ ਉਹਨਾਂ ਦੇ ਵੱਲ ਵੇਖ ਕੇ। ਹਾਲੇਲੂਇਆ ਕਈ ਵਾਰ ਮਸੀਹ ਜੀਵਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਵਾ। ਕਈ ਵਾਰ ਅਸੀਂ ਵੇਖਦੇ ਆ ਭਾਈ ਉਹ ਉਹਨਾਂ ਦੇ ਘਰ ਦੇ ਵਿੱਚ ਤਾਂ ਬੜੀ ਆਸ਼ੀਸ਼ ਆ ਬਰਕਤ ਆ ਤੇ ਪ੍ਰਭੂ ਨੂੰ ਵੀ ਨਹੀਂ ਮੰਨਦੇ ਹੈਨਾ। ਪਰ ਕੀ ਆ ਬਾਣੀ ਕੀ ਦੱਸਦੀ ਆ ਆਂਦਾ ਉਹ ਕੁਝ ਛਿਣ ਭਰ ਦਾ ਹੀ ਧਨ ਉਹਨਾਂ ਦੇ ਜੀਵਨ 'ਚ ਆ ਸਦਾ ਦੇ ਲਈ ਨਹੀਂ ਆ। ਜੋ ਇਨਸਾਨ ਧਨ ਦੇ ਉੱਤੇ ਆਪਣਾ ਆਸਰਾ ਰੱਖਦਾ ਏ ਆਪਣਾ ਮਨ ਟਿਕਾਉਂਦਾ ਵਾ ਉਹ ਕਦੇ ਸਥਿਰ ਨਹੀਂ ਰਹਿ ਸਕਦਾ ਕਦੇ ਵੀ ਨਹੀਂ ਸਥਿਰ ਰਹਿ ਸਕਦਾ। ਆਂਦਾ ਜਿੰਨਾ ਚਿਰ ਮੈਂ ਤੇਰੀ ਹਜ਼ੂਰੀ ਦੇ ਵਿੱਚ ਨਹੀਂ ਗਿਆ ਉਹਨਾਂ ਚਿਰ ਮੈਨੂੰ ਭੇਤ ਨਹੀਂ ਆਇਆ ਇਸ ਗੱਲ ਦਾ ਕਿ ਜੋ ਅਮੀਰ ਵਿਅਕਤੀ ਨੇ ਇਹਨਾਂ ਦੇ ਬਾਰੇ ਖੁਦਾ ਦੇ ਆਤਮਾ ਨੇ ਮੈਨੂੰ ਨਹੀਂ ਦੱਸਿਆ ਕਿਉਂਕਿ ਜਦੋਂ ਮੈਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਚਲਾ ਗਿਆ ਮੈਨੂੰ ਪ੍ਰਭੂ ਦੀ ਆਤਮਾ ਨੇ ਇਸ ਗੱਲ ਦਾ ਭੇਤ ਦੱਸਿਆ ਕਿ ਇਹਨਾਂ ਦਾ ਧਨ ਕਿਸੇ ਕੰਮ ਦਾ ਨਹੀਂ ਆ। ਇੱਕ ਬੰਦਾ ਹੈ ਪਰਮੇਸ਼ਵਰ ਦੇ ਲਈ स्वर्ग ਦੇ ਵਿੱਚ ਧਨ ਜੋੜਦਾ ਹੈ ਇੱਕ ਬੰਦਾ ਹੈ ਜੋ ਆਪਣੇ ਬੈਂਕ ਦੇ ਵਿੱਚ ਧਨ ਜੋੜਦਾ ਵਾ है दोवें इंसान ही आ पर जो धन वो इंसान जो अपना धन स्वर्ग दे विच जोड़दा वा अपनी भगती करदा अपनी बंदगी करदा उस धन नूं आपदे कोल रखदा वा आत्मा दे विच धन जोड़दा वा। पर असीं वेखना असीं अज आत्मिक धन जोड़ना या असीं सरीरक धन जोड़ना वा। इस जगह ते खुदा दा बंदा कहंदा कि मेरे पैर फिसलन लगे सी जदों मैं इस गल नूं सोच रहा सी। फिर मैं की कीता मैं प्रभु दी हजूरी विच चला गया। भैणो भाईओ जदों तुसीं दुनिया दे विच चलदे चलदे हैरान परेशान हो जाने हो दुखी हो जाने हो फिर प्रभु दी हजूरी विच आओ
ਉਸੇ ਦੁੱਖ ਦਾ ਹੱਲ ਮਿਲਦਾ। ਫਿਰ ਇਹ ਬੰਦੇ ਦੇ ਜੀਵਨ 'ਚ ਵੀ ਜਦੋਂ ਇਹਨੇ ਵੇਖਿਆ ਬਾਹਰਲੇ ਪਾਸੇ ਮੌਲ, ਔਰ ਇਹਨੇ ਕਿਹਾ ਵੀ ਮੈਂ ਹੁਣ ਪ੍ਰਭੂ ਦੀ ਹਜ਼ੂਰੀ ਵਿੱਚ ਜਾਵਾਂਗਾ। ਪ੍ਰਭੂ ਦੀ ਹਜ਼ੂਰੀ ਵਿੱਚ ਗਿਆ, ਆਨੰਦ ਔਰ ਸ਼ਾਂਤੀ ਇਹਦੇ ਜੀਵਨ 'ਚ ਮਿਲੀ, ਔਰ ਇਹਨੂੰ ਪਤਾ ਲੱਗਿਆ ਇਹ ਧਨ ਕਿਸੇ ਕੰਮ ਦਾ ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਤੁਹਾਨੂੰ ਮੈਨੂੰ ਚਾਹੀਦਾ ਹੈ ਪਰਮੇਸ਼ਰ ਦਾ ਆਤਮਿਕ ਧਨ, ਸਾਰਿਆਂ ਨਾਲੋਂ ਵੱਡਾ ਧਨ ਹੈ ਪਰਮੇਸ਼ਰ ਦਾ ਆਤਮਾ ਜੋ ਸਾਨੂੰ ਦਿੱਤਾ ਗਿਆ ਵਾ। ਸਾਰਿਆਂ ਨਾਲੋਂ ਵੱਡਾ ਧਨ, ਔਰ ਸਾਰਿਆਂ ਨਾਲੋਂ ਵੱਡੇ ਧਨ ਦੀ ਅਸੀਂ ਕਦਰ ਨਹੀਂ ਕਰਦੇ, ਔਰ ਉਹ ਚੀਜ਼ਾਂ ਦੇ ਪਿੱਛੇ ਭੱਜਦੇ ਆ ਜਿਹੜੀਆਂ ਦੁਨੀਆ ਦੀਆਂ ਚੀਜ਼ਾਂ ਨੇ। ਦੁਨੀਆ ਦਾ ਪੈਸਾ ਉਹਦੇ ਮਗਰ ਭੱਜਦੇ ਆ। ਪਰ ਅਗਰ ਤੁਸੀਂ ਸਹੀ ਧਨ ਨੂੰ ਪਹਿਚਾਨ ਲਓ, ਆਪਣੇ ਜੀਵਨ 'ਚ ਆਤਮਿਕ ਰੀਤੀ ਨਾਲ ਚੱਲੋ, ਤਾਂ ਸਰੀਰਕ ਪਦਾਰਥਾਂ ਦੀ ਤੁਹਾਨੂੰ ਲੋੜ ਨਹੀਂ ਪਏਗੀ। ਉਹ ਆਟੋਮੈਟਿਕ ਤੁਹਾਡੇ ਜੀਵਨ 'ਚ ਤੁਹਾਡੇ ਕੋਲ ਆ ਜਾਣਗੇ। ਆਤਮਾ ਦੇ ਵਿੱਚ ਚੱਲੋ। ਆਪਣੇ ਗਵਾਂਢੀ ਕੋ ਆਤਮਾ ਦੇ ਵਿੱਚ ਚੱਲ ਪਈ, ਆਤਮਾ ਦੇ ਵਿੱਚ ਚੱਲ ਪਈ, ਆਤਮਾ ਦੇ ਵਿੱਚ ਚੱਲ, ਆਤਮਾ ਦੀ ਸਮਝ ਨਾਲ ਚੱਲ, ਆਤਮਾ ਦੀ ਸਮਝ ਨਾਲ ਚੱਲ। ਦੁਨੀਆ ਦੀ ਬੁੱਧ ਕੁਝ ਹੋਰ ਕਹਿੰਦੀ ਆ, ਪਰ ਆਤਮਾ ਦੀ ਜਿਹੜੀ ਸਮਝ ਆ ਉਹ ਕੁਝ ਹੋਰ ਵਾ। ਤੁਸੀਂ ਜਿਹੜਾ ਆਤਮਾ ਨਾਲ ਸੋਚਦੇ ਹੋ, ਆਤਮਿਕ ਰੀਤੀ ਨਾਲ ਸੋਚਦੇ ਹੋ, ਉਹ ਸਰੀਰਕ ਰੀਤੀ ਨਾਲ ਉਵੇਂ ਨਹੀਂ ਹੁੰਦਾਗਾ। ਆਤਮਾ ਦੀਆਂ ਗੱਲਾਂ ਵੱਖਰੀਆਂ ਨੇ, ਔਰ ਆਤਮਿਕ ਬੰਦਾ ਸਰੀਰਕ ਗੱਲਾਂ ਦੀ ਪਹਿਚਾਣ ਕਰਦਾ ਵਾ। ਔਰ ਸਰੀਰਕ ਬੰਦਾ ਕਦੇ ਵੀ ਆਤਮਾ ਦੀ ਗੱਲ ਨੂੰ ਸਮਝ ਨਹੀਂ ਸਕਦਾਗਾ, ਕਦੇ ਵੀ, ਕਿਉਂਕਿ ਉਹਦੇ ਕੋਲ ਸੰਸਾਰ ਦਾ ਆਤਮਾ ਹੈ। ਪਰ ਜੋ ਪਰਮੇਸ਼ਰ ਕੋਲ ਆ, ਉਹ ਪਰਮੇਸ਼ਰ ਦਾ ਆਤਮਾ ਹੈ, ਉਹ ਹੋਲੀ ਸਪਿਰਿਟ ਆ ਉਹ, ਔਰ ਉਹ ਸਾਰੀਆਂ ਗੱਲਾਂ ਦੀ ਜਾਂਚ ਕਰ ਲੈਂਦਾ। ਹਾਲੇਲੂਇਆ, ਹਾਲੇਲੂਇਆ। ਇਹ ਆਂਦਾ ਭਾਈ ਮੇਰੇ ਪੈਰ ਫਿਸਲਣ ਲੱਗੇ ਸੀਗੇ, ਔਰ ਮੈਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਚਲਾ ਗਿਆ, ਔਰ ਉਸ ਜਗ੍ਹਾ ਤੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਇਹ ਧਨ ਕਿਸੇ ਵੀ ਕੰਮ ਦਾ ਨਹੀਂ ਆ, ਔਰ ਇੱਕ ਦਿਨ ਇਹ ਨਸ਼ਟ ਹੋ ਜਾਣਗੇ, ਇਹ ਕੰਗਾਲ ਹੋ ਜਾਣਗੇ, ਔਰ ਇਹਨਾਂ ਨੂੰ ਸਵਰਗ ਦੇ ਵਿੱਚੋਂ ਧਨ ਨਹੀਂ ਮਿਲੇਗਾ, ਔਰ ਸਵਰਗ ਦੇ ਵਿੱਚੋਂ ਬਾਹਰ ਕੱਢੇ ਜਾਣਗੇ। ਹਾਲੇਲੂਇਆ, ਹਾਲੇਲੂਇਆ। ਅਸੀਂ ਪੜਾਂਗੇ ਇੱਕ ਹੋਰ ਵਚਨ ਨੂੰ ਬਾਈਬਲ ਦੇ ਵਿੱਚੋਂ, 18 ਆਇਤ ਨੂੰ ਰੀਡ ਕਰਾਂਗੇ। 73 ਦੀ 18 ਆਇਤ ਨੂੰ ਰੀਡ ਕਰਾਂਗੇ ਅਸੀਂ। ਸੱਚਮੁੱਚ ਤੂੰ ਉਹਨਾਂ ਨੂੰ ਤਿਲਕਣੇ ਥਾਵਾਂ ਵਿੱਚ ਰੱਖਦਾ ਹੈ, ਤੂੰ ਧਨੀ ਲੋਕਾਂ ਨੂੰ ਤਿਲਕਣ ਥਾਵਾਂ ਦੇ ਵਿੱਚ ਰੱਖਦਾ ਵਾ, ਅਤੇ ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈ। ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦੇਵੇਂਗਾ। ਖੁਦਾ ਨਹੀਂ ਸੁੱਟ ਰਿਹਾ, ਪਰ ਕੀ ਵਾ ਕਿ ਉਹਨਾਂ ਦੇ ਜਿਹੜੇ ਕੰਮ ਨੇ ਉਹ ਉਹਨਾਂ ਨੂੰ ਨਰਕ ਵਿੱਚ ਚਲ ਜਾਣ ਦੇ ਲਈ ਮਜਬੂਰ ਕਰਦੇ। ਖੁਦਾ ਨਹੀਂ ਚਾਹੁੰਦਾ ਕੋਈ ਵੀ ਧਨੀ ਬੰਦਾ, ਕੋਈ ਵੀ ਗਰੀਬ ਬੰਦਾ ਨਰਕ ਚਲਾ ਜਾਏ, ਪਰ ਪਰਮੇਸ਼ਵਰ ਉਹਦੀਆਂ ਕਰਨੀਆਂ ਦੇ ਅਨੁਸਾਰ ਉਹਨੂੰ ਕਹਿੰਦਾ ਭਾਈ ਤੂੰ ਬਰਬਾਦੀ ਦੇ ਵੱਲ ਜਾ ਰਿਹਾ ਵਾ। ਉਹਦਾ ਧਨ ਹੀ ਹੈ ਜੋ ਉਹਨੂੰ ਲੈ ਕੇ ਜਾ ਰਿਹਾ ਨਰਕ ਦੇ ਵੱਲ, ਉਹਦਾ ਧਨ ਹੀ ਹੈ। ਹਾਲੇਲੂਇਆ, ਹਾਲੇਲੂਇਆ। ਭੈਣੋ ਭਾਈਓ, ਜਦੋਂ ਧਨੀ ਬੰਦਾ ਹੋਊਗਾ ਨਾ, ਉਹਨੂੰ ਕਿਤੇ ਵੀ ਲੋੜ ਨਹੀਂ ਪੈਂਦੀ ਰੱਬ ਦੀ। ਉਹ ਕਹਿੰਦਾ ਮੈਨੂੰ ਲੋੜ ਹੀ ਨਹੀਂ, ਮੇਰੇ ਕੋਲ ਤੇ ਸਾਰਾ ਕੁਝ ਹੈਗਾ ਵਾ। ਮੈਂ ਬਿਮਾਰ ਹੁੰਨਾ ਤੇ ਜਲਦੀ ਜਲਦੀ ਗੱਡੀ ਚੱਕਦਾ ਭਾਈ, ਹਸਪੀਟਲ ਚਲਾ ਜਾਣਾ, ਤੇ ਉੱਥੇ ਜਾ ਕੇ ਮੈਂ ਦਵਾਈਆਂ ਲੈਣਾ, ਠੀਕ ਹੋ ਜਾਣਾ ਵਾ। ਤੇ ਉਹਨਾਂ ਨੂੰ ਕੀ ਲੋੜ ਵਾ? ਪਰ ਜੋ ਸਹੀ, ਜਿਸ ਕੋਲ ਧਨ ਨਹੀਂ ਹੈ, ਗਰੀਬ ਆ, ਉਹ ਪਰਮੇਸ਼ਵਰ ਨੂੰ ਯਾਦ ਕਰਦਾ ਹੈ। ਉਸ ਸਮੇਂ ਯਾਦ ਕਰਦਾ ਹੈ ਪਰਮੇਸ਼ਵਰ ਨੂੰ। ਜਿਉਂਦੇ ਤਾਂ ਦੋਵੇਂ ਹੀ ਰਹਿੰਦੇ ਨੇ, ਪਰ ਇੱਕ ਖੁਦਾ ਦੀ ਕਿਰਪਾ ਨਾਲ ਜਿਉਂਦਾ ਵਾ, ਔਰ ਇੱਕ ਪੈਸੇ ਦੀ ਕਿਰਪਾ ਨਾਲ ਜਿਉਂਦਾ ਵਾ। ਹਾਲੇਲੂਇਆ, ਹਾਲੇਲੂਇਆ। ਪਰ ਤੁਸੀਂ ਅੱਜ ਸੋਚਿਆ ਸੀ ਪਰਮੇਸ਼ਰ ਦੇ ਫਜ਼ਲ ਦੇ ਨਾਲ ਜਿਉਂਦੇ ਰਹੀਏ, ਪ੍ਰਭੂ ਦੀ ਕਿਰਪਾ ਦੇ ਨਾਲ ਜਿਉਂਦੇ ਰਹੀਏ, ਖੁਦਾ ਦੇ ਅਨੁਗ੍ਰਹਿ ਦੇ ਨਾਲ ਚੱਲਦੇ ਰਹੀਏ, ਕਿਉਂਕਿ ਧਨ ਉੱਤੇ ਆਸਰਾ ਰੱਖਣਾ ਸਹੀ ਨਹੀਂ ਆ ਸਾਡੇ ਲਈ। ਪਵਿੱਤਰ ਆਤਮਾ ਦਾ ਸਹਾਇਤਾ ਲਓ ਆਪਣੇ ਜੀਵਨ ਦੇ ਵਿੱਚ, ਉਹਦੇ ਅਕੋਰਡਿੰਗ ਚੱਲੋ, ਉਹਦੀ ਮਨਸ਼ਾ ਦੇ ਅਨੁਸਾਰ ਚੱਲੋ। ਹਾਲੇਲੂਇਆ, ਹਾਲੇਲੂਇਆ। ਕਿਉਂ ਬੰਦਾ ਜ਼ਿੰਦਗੀ ਦੇ ਵਿੱਚ ਡਿੱਗਦਾ ਹੈ? ਜਦੋਂ ਉਹ ਮਸੀਹ ਜੀਵਨ ਦੇ ਵਿੱਚ ਪਾਪ ਆਉਂਦੇ ਨੇ, ਬਦੀਆਂ ਆਉਂਦੀਆਂ ਨੇ, ਔਰ ਉਹ ਪ੍ਰਾਰਥਨਾ ਦਾ ਲੈਵਲ ਘਟ ਜਾਂਦਾ ਹੈ। ਕਦੇ ਵਾਸਤੇ ਦੇਖੋ, ਜਿਹੜਾ ਪਾਪੀ ਬੰਦਾ ਹੋਊਗਾ, ਜਿਹੜਾ ਪਾਪ ਕਰਦਾ ਨਾ ਆਪਣੇ ਜੀਵਨ 'ਚ, ਉਹਨੂੰ ਕਦੇ ਵੀ ਸਹੀ ਪੋਜੀਸ਼ਨ ਦੇ ਵਿੱਚ ਪਹੁੰਚ ਨਹੀਂ ਪਾਉਂਦਾ, ਕਦੇ ਵੀ ਸਹੀ ਜਗ੍ਹਾ ਨਹੀਂ ਪਹੁੰਚ ਸਕਦਾ ਉਹ, ਕਿਉਂਕਿ ਉਲਝਿਆ ਹੀ ਰਹੇਗਾ ਜ਼ਿੰਦਗੀ 'ਚ, ਪਰੇਸ਼ਾਨ ਹੀ ਰਹੇਗਾ, ਦੁਖੀ ਰਹੇਗਾ। ਸਟਰਗਲ ਬਹੁਤ ਜ਼ਿਆਦਾ ਹੋਊਗਾ ਉਹਦੇ ਜੀਵਨ 'ਚ, ਪਰੇਸ਼ਾਨੀਆਂ ਬਹੁਤ ਜ਼ਿਆਦਾ ਹੋਣਗੀਆਂ, ਬਿਮਾਰੀਆਂ ਬੜੀਆਂ ਜ਼ਿਆਦੀਆਂ ਹੋਣਗੀਆਂ ਉਹਦੇ ਜੀਵਨ 'ਚ। ਪਾਪ ਤੁਹਾਨੂੰ ਕਨਫਿਊਜ਼ ਕਰਦਾ ਹੈ, ਤੁਹਾਡੇ ਦਿਮਾਗ ਨੂੰ। ਬਿਲਕੁਲ ਸ਼ੈਤਾਨ ਤੁਹਾਡੇ ਦਿਮਾਗ ਨੂੰ ਹਿਲਾ ਕੇ ਰੱਖ ਦੇਗਾ ਜਦੋਂ ਤੁਸੀਂ ਪਾਪ ਬਦੀ ਵਿੱਚ ਜਾਓਗੇ ਤਾਂ। ਪਰ ਜਦੋਂ ਪਵਿੱਤਰ ਆਤਮਾ ਆਵੇਗਾ ਔਰ ਤੁਹਾਡੇ ਵਿੱਚ ਪਵਿੱਤਰਤਾ ਹੀ ਹੋਵੇਗੀ, ਉਹ ਤੁਹਾਨੂੰ ਰਸਤੇ ਨੂੰ ਤੁਹਾਡੇ ਨੂੰ ਸਿੱਧਾ ਕਰਦਾ ਰਹੇਗਾ, ਔਰ ਤੁਹਾਡੇ ਅੰਗ ਸੰਗ ਹੋਵੇਗਾ, ਤੁਹਾਨੂੰ ਬਿਮਾਰੀ ਤੋਂ ਬਚਾਵੇਗਾ, ਤੁਹਾਨੂੰ ਸਮੱਸਿਆ ਤੋਂ ਛੁਡਾਵੇਗਾ, ਅਗਰ ਸਹੀ ਤੁਸੀਂ ਪਵਿੱਤਰਤਾਈ ਵਿੱਚ ਚੱਲਣ ਵਾਲੇ ਮਸੀਹ ਹੋ ਤਾਂ। ਔਰ ਅਗਰ ਭਾਈ ਜੇ ਕੱਲਾ 25 ਦਸੰਬਰ ਤੇ ਹੀ ਆਉਣਾ ਵਾ, ਉਹ ਗੱਲ ਵੱਖਰੀ ਵਾ ਕਿ ਇੱਕ ਵਾਰੀ ਆ ਗਏ 25 ਦਸੰਬਰ ਤੇ, 2 ਮਹੀਨਿਆਂ ਤੋਂ ਬਾਅਦ ਬੰਦਗੀ ਦੇ ਵਿੱਚ ਆ ਗਏ,
2 ਮਹੀਨਿਆਂ ਦੇ ਵਿੱਚ ਆ ਕੇ ਸੰਗਤ ਦੇ ਵਿੱਚ ਆ ਕੇ 2 ਮਹੀਨਿਆਂ ਦੇ ਵਿੱਚ ਕੁਝ ਨਹੀਂ ਸਿੱਖ ਸਕਦਾ। ਇੱਕ ਬੰਦਾ ਇੱਕ ਸੰਡੇ ਛੱਡਦਾ ਨਾ ਤਾਂ ਬਹੁਤ ਪਿੱਛੇ ਚਲਾ ਜਾਂਦਾ ਵਾ, ਪਿੱਛੇ ਚਲਾ ਜਾਂਦਾ ਹੈ ਖੁਦਾ ਤੋਂ। ਔਰ ਪਰਮੇਸ਼ਵਰ ਦਾ ਆਤਮਾ ਨੂੰ ਸਾਨੂੰ ਭਰਨ ਦੇ ਲਈ ਹਰ ਰੋਜ਼ ਪ੍ਰਾਰਥਨਾ ਕਰਨੀ ਪੈਂਦੀ ਹੈ। ਹਰ ਰੋਜ਼ ਖੁਦਾ ਦੇ ਵਿੱਚ ਹਾਜ਼ਰ ਰਹਿਣਾ ਚਾਹੀਦਾ, ਉਹਦੇ ਨਾਲ ਮੇਲ ਮਿਲਾਪ ਰੱਖਣਾ ਚਾਹੀਦਾ ਵਾ ਹਰ ਰੋਜ਼। ਹਾਲੇਲੂਇਆ, ਹਾਲੇਲੂਇਆ। ਸੋ ਇਸ ਬਾਣੀ ਦੇ ਵਿੱਚ ਕੀ ਲਿਖਿਆ ਆ, ਉਹਨਾਂ ਨੂੰ ਅਤੇ ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈ। ਕਿੰਨਾ ਲੋਕਾਂ ਲਈ ਇਹ ਸ਼ਬਦ ਬੋਲੇ ਸਾਰੇ ਨੇ, ਜਿਨ੍ਹਾਂ ਨੂੰ ਵੇਖ ਕੇ ਇਹ ਦਾਊਦ ਪਾਤਸ਼ਾਹ ਵੇਖ ਕੇ ਡਿੱਗਦਾ ਸੀ, ਆਂਦਾ ਮੈਂ ਉਹਨਾਂ ਵੱਲ ਵੇਖਦਾ ਵਾਂ ਤੇ ਮੇਰੇ ਪੈਰ ਤਿਲਕਦੇ ਨੇ, ਔਰ ਮੈਂ ਸੋਚਦਾ ਪ੍ਰਭੂ ਇਹ ਤੇ ਤੇਰੇ ਆਤਮਾ ਵੀ ਨਹੀਂ ਇਹਨਾਂ ਕੋਲ ਤੇ ਇਹ ਫਿਰ ਵੀ ਇੰਨੇ ਧਨੀ ਲੋਕ ਨੇ। ਹਾਲੇਲੂਇਆ, 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 ਹਾਲੇਲੂਇਆ। ਸੋ ਰੱਬ ਦੇ ਪਿਆਰਿਓ, ਇਸ ਜਗ੍ਹਾ ਤੇ ਇਹ ਵਚਨ ਦੱਸਦਾ ਕਿ ਉਹਨਾਂ ਦਾ ਧਨ ਉਹਨਾਂ ਦੀ ਮਦਦ ਨਹੀਂ ਕਰੇਗਾ। ਇਸ ਸੰਸਾਰ ਦਾ ਧਨ ਹੈ, ਔਰ ਉਹਨਾਂ ਵਿੱਚ ਉਹ ਸ਼ਾਂਤੀ ਨਹੀਂ ਆ ਜਿਹੜੀ ਤੁਹਾਡੇ ਮੇਰੇ ਵਿੱਚ ਵਾ। ਜਿਹੜੀ ਪਵਿੱਤਰ ਆਤਮਾ ਦੀ ਸ਼ਾਂਤੀ ਤੁਹਾਡੇ ਔਰ ਮੇਰੇ ਵਿੱਚ ਆ, ਉਹ ਸ਼ਾਂਤੀ ਉਹਨਾਂ ਵਿੱਚ ਨਹੀਂ ਆ। ਔਰ ਸ਼ੈਤਾਨ ਦੀਆਂ ਸ਼ਕਤੀਆਂ ਉਹਨਾਂ ਨੂੰ ਗਲਤ ਸਾਈਡ ਲੈ ਜਾਂਦੀਆਂ ਨੇ। ਉਹ ਆਖਿਰਕਾਰ ਨੂੰ ਨਰਕ ਦੇ ਵਿੱਚ ਚਲੇ ਜਾਂਦੇ ਨੇ, ਬਰਬਾਦੀ ਦੇ ਵੱਲ ਚਲੇ ਜਾਂਦੇ ਨੇ। ਪੜ੍ਹੀਏ ਅੱਗੇ ਵਚਨ ਨੂੰ, 21 ਆਇਤ ਨੂੰ ਪੜ੍ਹਦੀ, 21 ਆਇਤ ਨੂੰ। ਮੇਰਾ ਮਨ ਤਾਂ ਕੌੜਾ ਹੋਇਆ, ਮੇਰਾ ਮਨ ਤਾਂ ਕੌੜਾ ਆਇਆ ਅਤੇ ਮੇਰਾ ਦਿਲ ਛਿੱਦ ਗਿਆ। ਮੇਰਾ ਦਿਲ ਛਿੰਦ ਗਿਆ ਜਦੋਂ ਮੈਂ ਪ੍ਰਭੂ ਦੀ ਹਜ਼ੂਰੀ 'ਚ ਚਲਾ ਗਿਆ, ਔਰ ਪ੍ਰਭੂ ਦੀ ਆਤਮਾ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਭਾਈ ਤੂੰ ਉਹਨਾਂ ਧੰਨਵਾਨਾਂ ਵੱਲ ਵੇਖ ਕੇ ਆਪਦੇ ਪੈਰ ਫਿਸਲਾਈ ਜਾਂਦਾ ਵਾ, ਉਹਨਾਂ ਲੋਕਾਂ ਵੱਲ ਵੇਖ ਕੇ ਤੂੰ ਆਪ ਡਿੱਗ ਰਿਹਾ ਵਾ ਖੁਦ। ਕਿਉਂਕਿ ਜਿਹੜੀ ਕੰਡੀਸ਼ਨ ਤੇ ਤੁਸੀਂ ਖੜੇ ਹੋ, ਇਹ ਖੁਦਾ ਦੇ ਆਤਮਾ ਨੇ ਤੁਹਾਨੂੰ ਦਿੱਤੀ ਆ। ਤੁਸੀਂ ਇਸ ਜਗ੍ਹਾ ਤੇ ਆਏ ਹੋ, ਪਰਮੇਸ਼ਰ ਦਾ ਆਤਮਾ ਤੁਹਾਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਵਾ। ਅਗਰ ਤੁਸੀਂ ਪਰਮੇਸ਼ਰ ਨੂੰ ਜਾਣਦੇ ਹੋ, ਪ੍ਰਾਰਥਨਾ ਕਰ ਰਹੇ ਹੋ, ਪ੍ਰਭੂ ਦੇ ਆਤਮਾ ਵੱਲੋਂ ਆ। ਪਰ ਜਦੋਂ ਤੁਸੀਂ ਇਸ ਕੰਡੀਸ਼ਨ ਨੂੰ, ਇਸ ਜਗ੍ਹਾ ਨੂੰ ਛੱਡਦੇ ਹੋ, ਜਦੋਂ ਤੁਸੀਂ ਇਸ ਜਗ੍ਹਾ ਨੂੰ ਛੱਡਦੇ ਹੋ, ਤੁਸੀਂ ਇਸ ਬੱਚੇ ਨੂੰ ਪੜਾਂਗੇ ਅਸੀਂ ਇੱਕ ਵਾਰ ਫਿਰ ਤੋਂ 21 ਆਇਤ ਨੂੰ। ਜਦੋਂ ਮੇਰਾ ਮਨ ਕੌੜਾ ਹੋ ਗਿਆ ਹਾਂ। ਅਤੇ ਮੇਰੇ ਦਿਲ ਵਿੱਚ ਪੀੜ ਉੱਠੀ। ਹਾਂ, ਮੇਰੇ ਦਿਲ ਵਿੱਚ ਕੀ ਆ? ਪੀੜ ਉੱਠੀ। ਖੁਦਾ ਨੇ ਜਦੋਂ ਮੈਨੂੰ ਭੇਤ ਮੇਰੇ ਤੇ ਜ਼ਾਹਿਰ ਕੀਤਾ, ਬੰਦਗੀ ਦੇ ਵਿੱਚ ਆ ਕੇ ਮੈਂ ਫਿਰ ਆਇਆ, ਜਦੋਂ ਮੈਂ ਬਾਹਰ ਦੀਆਂ ਕਲਪਨਾ ਵੱਲ ਵੇਖ ਕੇ ਬੰਦਗੀ ਦੇ ਵਿੱਚ ਆਇਆ, ਔਰ ਮੇਰੇ ਮਨ ਦੇ ਵਿੱਚ ਪੀੜ ਉੱਠੀ। ਮੈਂ ਕਿੱਧਰ ਨੂੰ ਚੱਲ ਪਿਆ ਸੀਗਾ? ਮੈਂ ਕਿੰਨਾ ਲੋਕਾਂ ਵੱਲ ਵੇਖਣ ਲੱਗ ਗਿਆ ਸੀਗਾ, ਜਿਹੜੇ ਲੋਕ ਹੈ ਹੀ ਨਹੀਂ ਆ, ਜਿਹੜੇ ਨਾਸ਼ ਹੋ ਰਹੇ ਨੇ, ਮੈਂ ਤੇ ਉਹਨਾਂ ਵੱਲ ਜਾ ਰਿਹਾ ਸੀਗਾ। ਮੇਰੇ ਮਨ ਦੇ ਵਿੱਚ ਕੀ ਆ? ਪੀੜ ਉੱਠੀ, ਔਰ ਮੇਰਾ ਦਿਲ ਕੀ ਆ? ਕੌੜਾ ਹੋ ਗਿਆ। ਜ਼ੁਬਾਨ ਮੇਰੀ ਕੌੜੀ ਹੋ ਗਈ। ਖੁਦਾ ਦਾ ਆਤਮਿਕ ਬੰਦਾ ਕਹਿ ਰਿਹਾ। ਭੈਣੋ ਭਾਈਓ, ਜਦੋਂ ਤੁਸੀਂ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਹੋ, ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤੁਸੀਂ ਸੰਸਾਰ ਵਿੱਚ ਚਲੇ ਜਾਂਦੇ ਹੋ। ਸੰਸਾਰ ਦੇ ਵਿੱਚ ਉਹਨਾਂ ਲੋਕਾਂ ਨਾਲ ਮਿਲਦੇ ਹੋ ਜੋ ਬਦੀ ਪਾਪ ਕਰਦੇ ਨੇ, ਪਾਪ ਦੇ ਵਿੱਚ ਨੇ। ਉਹਨਾਂ ਲੋਕਾਂ ਨਾਲ ਜਦੋਂ ਜਾ ਕੇ ਤੁਸੀਂ ਮਿਲਦੇ ਹੋ, ਤੁਸੀਂ ਵੀ ਉਹਨਾਂ ਜਿਹੇ ਬਣ ਜਾਂਦੇ ਹੋ। ਹਾਲੇਲੂਇਆ, ਹਾਲੇਲੂਇਆ। ਫਿਰ ਪ੍ਰਭੂ ਦਾ ਰੂਹ ਕਹਿੰਦਾ, ਭਾਈ ਜਿੰਨਾ ਇਹ ਬਰਕਤ ਪਾਈ ਹੈ ਨਾ, ਓਨੀ ਕਿ ਤੂੰ ਪਾਏਗਾ। ਮੈਂ ਤੈਨੂੰ ਵੱਧ ਨਹੀਂ ਦੇ ਸਕਦਾ। ਜਿੰਨਾ ਕਿ ਇਹ ਪਾਪ ਕਰੀ ਜਾਂਦਾ, ਇਹਨੂੰ ਬਰਕਤ ਆ, ਓਨੀ ਤੇਰੇ ਕੋਲ ਹੋਊਗੀ। ਜਿੰਨੇ ਇਹ ਲੜਾਈ ਝਗੜੇ ਕਰਕੇ ਆਦੇ ਜੀਵਨ ਨੂੰ ਨਾਸ਼ ਕਰ ਰਿਹਾ, ਨਾਸ਼ ਹੀ ਤੈਨੂੰ ਮਿਲੇਗਾ। ਫਿਰ ਤਾਂ ਪੱਖਪਾਤ ਕਰਨ ਲੱਗ ਗਿਆ ਰੱਬ, ਹੈ ਖੁਦਾ ਪੱਖਪਾਤ ਕਰਦਾ। ਅਗਰ ਤੁਸੀਂ ਉਹਦੇ ਨਾਲ ਵੱਖਰੇ ਹੋ ਰਹੇ ਹੋ, ਤੁਸੀਂ ਪਾਪ ਨਹੀਂ ਕਰਦੇ, ਤੁਸੀਂ ਬਦੀ ਨਹੀਂ ਕਰਦੇ, ਉਸ ਤੋਂ ਵੱਖਰੇ ਹੋ ਰਹੇ ਹੋ, ਤੁਸੀਂ ਫਿਰ ਕਹਿ ਸਕਦੇ ਹੋ ਪ੍ਰਭੂ ਮੈਂ ਇਸ ਤੋਂ ਵੱਖਰਾ ਵਾਂ, ਮੈਨੂੰ ਵੱਧ ਬਰਕਤ ਚਾਹੀਦੀ ਵਾ, ਮੈਨੂੰ ਵੱਧ ਆਸ਼ੀਸ਼ ਚਾਹੀਦੀ ਆ। ਮੈਂ ਇਸ ਵਿਸ਼ਵਾਸੀ ਨਾਲੋਂ ਜ਼ਿਆਦਾ ਦੁਆ ਕਰਦਾ ਤੇ ਮੈਨੂੰ ਬਰਕਤ ਕਿਉਂ ਘੱਟ ਦੇ ਰਿਹਾ ਤੂੰ? ਮੇਰੀ ਦੁਆ ਜ਼ਿਆਦਾ ਹੈ, ਮੇਰੇ ਵਿੱਚ ਅਭਿਸ਼ੇਕ ਜ਼ਿਆਦਾ ਹੋਣਾ ਚਾਹੀਦਾ ਇਸ ਬੰਦੇ ਨਾਲ। ਪ੍ਰਾਰਥਨਾ ਉਹਦੇ ਨਾਲੋਂ ਘੱਟ ਹੈ, ਬੋਲਣਾ ਜ਼ਿਆਦਾ, ਪ੍ਰਭੂ ਕੰਮ ਕਰ ਕੰਮ ਕਰ। ਉਹ ਕਹਿੰਦਾ ਮੈਂ ਪੱਖਪਾਤ ਕਰਨ ਵਾਲਾ ਪਰਮੇਸ਼ਰ ਨਹੀਂ ਆ। ਮੈਂ ਸਮਝਦੀ ਮਿਹਨਤ ਜਿਹੜਾ ਕਰਦਾ ਉਹਦਾ ਫਲ ਦੇਣ ਵਾਲਾ ਖੁਦਾ। ਜਿਹੜਾ ਮਿਹਨਤ ਕਰਦਾ ਹੈ ਪ੍ਰਭੂ ਦੇ ਵਿੱਚ, ਮੈਂ ਉਹਦਾ ਫਲ ਦੇਣ ਵਾਲਾ ਪਰਮੇਸ਼ਰ ਆ। ਹਾਲੇਲੂਇਆ, ਹਾਲੇਲੂਇਆ। ਕਈ ਲੋਕ ਸੇਵਾ ਘੱਟ ਕਰਦੇ ਆ, ਫਲ ਉਹਨਾਂ ਕੀ ਆ? ਭਵਨ ਦੇ ਵਿੱਚ ਆਉਂਦੇ ਆ, ਸੇਵਾ ਘੱਟ ਕਰਦੇ ਆ, ਫਲ ਉਹਨਾਂ ਕੀ ਆ? ਜਿੰਨੀ ਤੁਹਾਡੀ ਸੇਵਾ, ਜਿੰਨੀ ਤੁਹਾਡੀ ਪ੍ਰਾਰਥਨਾ, ਫਲ ਮਿਲੇਗਾ ਤੁਹਾਨੂੰ। ਇਹ ਨਹੀਂ ਆ ਕੋਈ ਬੰਦਾ ਮਿਹਨਤ ਕਰੇ ਔਰ ਉਹ ਬੋਲੇ ਮੈਨੂੰ ਤੇ ਕੁਝ ਮਿਲਿਆ ਹੀ ਨਹੀਂ ਪ੍ਰਭੂ ਦੇ ਵਿੱਚ ਆ ਕੇ। ਤਾਂ ਇਹ ਕਦੇ ਨਹੀਂ ਹੋ ਸਕਦਾ, ਕਿਉਂਕਿ ਖੁਦਾ ਕਿਸੇ ਦਾ ਕਰਜ਼ਾ ਨਹੀਂ ਰੱਖਦਾ। ਤੁਸੀਂ ਖੁਦਾ ਲਈ 10 ਰੁਪਏ ਵੀ ਦੇ ਰਹੇ ਹੋ, ਇਹ ਵੀ ਯਾਦ ਕੀਤੇ ਜਾਂਦੇ ਆ, ਲਿਖੇ ਜਾਂਦੇ ਆ ਸਵਰਗ 'ਚ। ਇਹ ਬੰਦੇ ਨੇ ਦਿੱਤੇ ਆ ਪੈਸੇ, ਲਿਖ ਲੈਂਦਾ ਹੈ ਖੁਦਾ, ਲਿਖ ਲੈਂਦਾ ਵਾ।
ਹਾਲੇਲੂਇਆ। ਔਰ ਕਰਨੇਲੀਅਸ ਬਾਣੀ ਦੇ ਵਿੱਚ ਪੜ੍ਹਦੇ ਆ ਤਾਂ ਦੂਤ ਉਸ ਜਗ੍ਹਾ ਤੇ ਆਇਆ ਔਰ ਜਾ ਕੇ ਦੱਸਦਾ ਭਾਈ ਤੇਰੇ ਦਾਨ ਦਸਵੰਧ ਪਹੁੰਚੇ ਆ ਸਵਰਗ ਵਿੱਚ। ਕਿੱਥੇ? ਸਵਰਗ ਦੇ ਵਿੱਚ ਯਾਦ ਕੀਤੇ ਗਏ ਤੇਰੇ ਦਾਨਾਂ ਨੂੰ ਸਵਰਗ ਵਿੱਚ। ਹਾਲੇਲੂਇਆ। ਇਹ ਆਤਮਿਕ ਬੰਦੇ ਦੀ ਗੱਲ ਵਾ। ਆਤਮਾ ਦੇ ਵਿੱਚ ਸਾਨੂੰ ਸੋਚਣਾ ਪੈਂਦਾ ਹੈ। ਜੋ ਸਰੀਰਕ ਵਿਅਕਤੀ ਇਸ ਗੱਲਾਂ ਨੂੰ ਕਦੇ ਸਮਝ ਨਹੀਂ ਸਕਦੇ। ਜੇ ਕੁਝ ਵੱਖਰਾ ਚਾਹੁੰਦੇ ਹੋ ਵੱਖਰਾ ਕਰੋ ਵੀ ਖੁਦਾ ਲਈ। ਜੇ ਕੁਝ ਵੱਖਰਾ ਪਾਉਣਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਤੇ ਵੱਖਰਾ ਕਰੀਏ ਕੁਝ ਪਰਮੇਸ਼ਰ ਲਈ। ਹਾਲੇਲੂਇਆ। ਹਨਾ ਦੀ ਪਰਮੇਸ਼ਰ ਮੈਂ ਤੈਨੂੰ ਪੁੱਤਰ ਹੋਵੇਗਾ, ਜੇ ਮੈਨੂੰ ਤੂੰ ਪੁੱਤਰ ਦੇਵੇਗਾ ਮੈਂ ਤੈਨੂੰ ਹੀ ਦੇ ਦੇਵਾਂਗੀ। ਖੁਦਾ ਲਈ ਕੁਝ ਕਰ ਰਹੀ ਆ। ਪਹਿਲਾਂ ਕੀ ਆ, ਹੰਨਾ ਪ੍ਰਾਰਥਨਾ ਕਰਦੀ ਸੀ ਜਾ ਕੇ ਪ੍ਰਭੂ ਪੁੱਤਰ ਦੇ ਦੇ ਮੈਨੂੰ, ਪਰ ਨਹੀਂ ਸੀ ਮਿਲਦਾ। ਪਰ ਜਦੋਂ ਖੁਦਾ ਲਈ ਕਹਿੰਦੀ ਕਿ ਖੁਦਾ ਜੇ ਤੂੰ ਦੇਵੇਂਗਾ ਤੈਨੂੰ ਹੀ ਦੇ ਦਾਂਗੀ, ਉਹ ਤੇਰੇ ਕੰਮਾਂ ਨੂੰ ਕਰੇਗਾ। ਤੇ ਪਰਮੇਸ਼ਰ ਨੇ ਉਸੇ ਟਾਈਮ ਉਹ ਲੇਡੀਜ਼ ਕੀ ਆ ਬੱਚਾ ਆਇਆ, ਉਸ ਦੇ ਉਹਦਾ ਨਾਂ ਸੈਮੂਅਲ ਰੱਖਿਆ ਗਿਆ। ਹਾਲੇਲੂਇਆ। ਭੈਣੋ ਭਾਈਓ, ਕੁਝ ਗੱਲਾਂ ਨੂੰ ਸਮਰਪਣ ਵੀ ਕਰਨਾ ਚਾਹੀਦਾ ਪਰਮੇਸ਼ਰ ਲਈ। ਕੁਝ ਗੱਲਾਂ ਨੇ ਅਸੀਂ ਖੁਦਾ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਆ, ਕਿਉਂਕਿ ਅਸੀਂ ਸੁੱਤੇ ਵਿਸ਼ਵਾਸੀ ਨਾ ਬਣੀਏ। ਸੁੱਤੇ ਹੋਏ ਵਿਸ਼ਵਾਸੀ ਖੁਦਾ ਚ ਤਾਂ ਹੈ, ਪ੍ਰਭੂ ਚ ਹੈ, ਬੰਦਗੀ ਚ ਵੀ ਆਉਂਦੇ ਆ, ਪਰ ਉਹਨਾਂ ਦਾ ਜੀਵਨ ਹਾਲੇ ਵੀ ਉੱਥੇ ਹੀ ਖੜਾ ਵਾ। ਹਾਲੇਲੂਇਆ। ਇਹ ਗੱਲਾਂ ਕੋਈ ਧਰਮ ਨਹੀਂ ਆ ਬਸ ਆ ਗਏ ਠੀਕ ਆ। ਇਹ ਜ਼ਿੰਦਗੀ ਹੈ ਇੱਕ। ਬਾਈਬਲ ਤੁਹਾਨੂੰ ਜ਼ਿੰਦਗੀ ਚੱਲਣਾ ਸਿਖਾਉਂਦੀ ਹੈ, ਕਿਵੇਂ ਜੀਵਨ ਜਿਉਣਾ, ਕਿਵੇਂ ਬਰਕਤ ਪਾਉਣੀ, ਕਿਵੇਂ ਚੰਗਿਆਈ ਪਾਉਣੀ, ਸ਼ਾਂਤੀ ਪਾਉਣੀ ਆਪਣੇ ਜੀਵਨ 'ਚ, ਕਿਸ ਢੰਗ ਨਾਲ ਪਾਉਣੀ ਆ। ਇਹ ਤੁਹਾਨੂੰ ਸਿਖਾਉਂਦਾ ਵਾ। ਪਰ ਪਾਪ ਦਾ ਰਿਜ਼ਲਟ ਵੀ ਜ਼ਰੂਰ ਆਉਂਦਾ ਵਾ। ਇਹ ਨਾ ਕਹੋ ਕਿ ਪਾਪ ਕਰਕੇ ਅਸੀਂ ਬਚ ਨਿਕਲਾਂਗੇ। ਪਾਪ ਦਾ ਰਿਜ਼ਲਟ ਸਮਾਂ ਪਾ ਕੇ ਆਉਂਦਾ ਵਾ, ਕੁਝ ਟਾਈਮ ਪਾ ਕੇ ਆ ਜਾਂਦਾ ਹੈ, ਕਈ ਉਹਦੀ ਆ ਜਾਂਦਾ ਵਾ। ਜਦੋਂ ਖੁਦਾ ਦੇ ਵਿੱਚ ਹੋਵੋਗੇ ਨਾ ਤੁਸੀਂ, ਸਜ਼ਾ ਵੀ ਮਿਲਦੀ ਵਾ। ਗਵਾਂਢੀ ਨੂੰ ਕਹੇ ਭਾਈ ਸਜ਼ਾ ਵੀ ਮਿਲਦੀ ਵਾ, ਕਿਉਂਕਿ ਪਿਤਾ ਤਾੜਦਾ ਵੀ ਅਗਰ ਉਹਨੂੰ ਸੁਧਾਰਨਾ ਹੋਵੇ ਤਾਂ ਤਾੜਦਾ ਵੀ ਆ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਨਾਮ ਕੀ ਜੈ। ਸੋ ਇਸ ਬਾਣੀ ਦੇ ਵਿੱਚ ਕੀ ਪੜਿਆ, ਉਹਦਾ ਮੇਰਾ ਮਨ ਕੌੜਾ ਹੋ ਗਿਆ ਔਰ ਮੇਰਾ ਦਿਲ ਛਿੰਦ ਗਿਆ। ਹਨਾ ਇੰਨੀ ਭਿਆਨਕ ਸਜ਼ਾ ਮਿਲ ਰਹੀ ਉਹਨਾਂ ਲੋਕਾਂ ਨੂੰ, ਉਹਨਾਂ ਧਨੀ ਲੋਕਾਂ ਨੂੰ। ਪਰ ਜਦੋਂ ਮੈਂ ਤੇਰੀ ਹਜ਼ੂਰੀ ਦੇ ਵਿੱਚ ਆਇਆ, ਜਦੋਂ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਆਇਆ, ਤੇ ਮੈਨੂੰ ਇਸ ਚੀਜ਼ ਦਾ ਭੇਤ ਆਇਆ। ਮੈਨੂੰ ਪ੍ਰਭੂ ਦੇ ਰੂਹ ਨੇ ਮੇਰੇ ਨਾਲ ਗੱਲਬਾਤ ਕੀਤੀ। ਹਾਲੇਲੂਇਆ। ਪੜ੍ਹੀਏ ਅੱਗੇ ਕੀ ਲਿਖਿਆ ਬਾਣੀ 'ਚ। ਮੈਂ ਮੂਰਖ ਅਤੇ ਨਾ ਸਮਝ ਸਾਂ, ਮੈਂ ਅਣਜਾਣ ਔਰ ਮੂਰਖ ਸਾਂ ਅਤੇ ਤੇਰੇ ਸਾਹਮਣੇ ਪਸ਼ੂ ਜਿਹਾ ਸਾਂ। ਹਾਲੇਲੂਇਆ। ਆਂਦਾ ਮੈਂ ਪਸ਼ੂ ਜਿਹਾ ਬਣ ਗਿਆ ਸੀਗਾ। ਜਦੋਂ ਮੈਂ ਦੁਨੀਆ ਦੇ ਵਿੱਚ ਗਿਆ ਨਾ, ਦੁਨੀਆ ਦੇ ਲੋਕਾਂ 'ਚ ਗਿਆ ਨਾ, ਦੁਨੀਆਦਾਰੀ ਦੇ ਵਿੱਚ ਗਿਆ ਨਾ, ਤੇ ਮੇਰੀ ਸਮਝ ਚਲੀ ਗਈ, ਮੇਰੀ ਸਮਝ ਗਵਾਚ ਗਈ। ਉਹਨਾਂ ਲੋਕਾਂ ਦੀਆਂ ਬਰਕਤਾਂ ਵੱਲ ਵੇਖ ਕੇ, ਉਹਨਾਂ ਦੇ ਲੋਕਾਂ ਦੇ ਪੈਸੇ ਵੱਲ ਵੇਖ ਕੇ ਮੇਰੀ ਸਮਝ ਕੀਆ ਚਲੀ ਗਈ। ਔਰ ਮੈਂ ਵੀ ਜਾ ਕੇ ਬਿਜ਼ਨਸ ਦੇ ਵਿੱਚ ਲੱਗ ਗਿਆ, ਮੈਂ ਵੀ ਜਾ ਕੇ ਕੰਮ ਦੇ ਵਿੱਚ ਲੱਗ ਗਿਆ। ਜਿਹੜੇ ਕੰਮ ਉਹ ਕਰਦੇ ਸੀ ਮੈਂ ਵੀ ਕਰਨਾ ਸਟਾਰਟ ਕਰ ਦਿੱਤਾ, ਪਰ ਮੇਰੀ ਸਮਝ ਕੀਆ ਗਵਾਚ ਗਈ। ਮੈਂ ਪਸ਼ੂ ਦੀ ਨਿਆਈ ਹੋ ਗਿਆ। ਪਸ਼ੂਆਂ ਨੂੰ ਸਮਝ ਹੁੰਦੀ ਹੈ ਜੀ, ਖਾਓ ਪੀਓ ਐਸ਼ ਕਰੋ, ਬਸ ਸੌ ਜਾਓ। ਪਸ਼ੂਆਂ ਦਾ ਕੰਮ ਇਹੀ ਹੁੰਦਾ ਵਾ, ਪੱਠੇ ਖਾਓ ਪੈ ਜਾਓ, ਔਰ ਫਿਰ ਪੱਠੇ ਖਾਓ ਫਿਰ ਸੌ ਜਾਓ, ਪਾਣੀ ਪੀਓ, ਹੈ ਨਾ। ਇਹ ਕਰਦੇ ਆ ਪਸ਼ੂ। ਅਦਾ ਮੇਰੀ ਸਮਝ ਪਸ਼ੂਆਂ ਦੇ ਵਰਗੀ ਹੋ ਗਈ ਸੀ ਜਦੋਂ ਮੈਂ ਪ੍ਰਭੂ ਦੀ ਹਜ਼ੂਰੀ ਚੋਂ ਨਿਕਲ ਗਿਆ ਸੀਗਾ। ਜਦੋਂ ਮੈਂ ਪਰਮੇਸ਼ਰ ਤੋਂ ਦੂਰ ਚਲਾ ਗਿਆ ਔਰ ਖੁਦਾ ਦੀ ਹਜ਼ੂਰੀ ਚੋਂ ਦੂਰ ਚਲਾ ਗਿਆ, ਇਹ ਚੀਜ਼ ਮੇਰੇ ਨਾਲ ਹੋਈ। ਅੱਜ ਬਹੁਤ ਵਿਸ਼ਵਾਸੀ ਖੁਦਾ ਦੀ ਹਜ਼ੂਰੀ ਚ ਤਾਂ ਆਉਂਦੇ ਆ, ਪਰ ਪਿਤਾ ਨਾਲ ਕੋਈ ਗੱਲਬਾਤ ਨਹੀਂ। ਕਈ ਪਿਤਾ ਨਾਲ ਗੱਲਬਾਤ ਕਰਦੇ ਆ, ਬਹੁਤ ਜ਼ਿਆਦਾ ਫਾਸਟ ਕਰਦੇ ਰਹਿੰਦੇ ਆ ਪ੍ਰਾਰਥਨਾ ਦੁਆਵਾਂ, ਪਰ ਪਿਤਾ ਦਾ ਵੀ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਵਾ, ਤੂੰ ਮੈਨੂੰ ਸੁਣਾ ਰਿਹਾ। ਇਹ ਅਲੱਗ-ਅਲੱਗ ਚੀਜ਼ ਵਾ। ਕਈ ਵਾਰ ਪਿਤਾ ਚਾਹੁੰਦਾ ਏ ਤੁਸੀਂ ਉਹਦੀਆਂ ਗੱਲਾਂ ਨੂੰ ਸੁਣੋ। ਹਾਲੇਲੂਇਆ। ਕਈ ਵਾਰ ਯਿਸੂ ਮਸੀਹ ਚਾਹੁੰਦਾ ਹੈ ਤੁਸੀਂ ਉਹਦੀਆਂ ਗੱਲਾਂ ਨੂੰ ਸੁਣੋ, ਪਰ ਕਈ ਵਾਰ ਕਹਿੰਦਾ ਅੱਜ ਤੂੰ ਮੈਨੂੰ ਸੁਣਾ ਉਹਦੀਆਂ ਗੱਲਾਂ। ਇਸ ਚੀਜ਼ ਦਾ ਫਰਕ ਸਮਝਣਾ ਪੈਂਦਾ ਹੈ। ਕਈ ਵਾਰ ਖੁਦਾ ਕਹਿੰਦਾ ਅੱਜ ਸ਼ਾਂਤੀ ਨਾਲ ਦੁਆ ਕਰਨੀ ਆ, ਅੱਜ ਉੱਚੀ ਆਵਾਜ਼ ਨਾਲ ਨਹੀਂ ਕਰਨੀ। ਅੱਜ ਤੂੰ ਮੇਰੀ ਆਵਾਜ਼ ਸੁਣ, ਅੱਜ ਤੂੰ ਮੇਰੀ ਆਵਾਜ਼ ਸੁਣ। ਹਾਲੇਲੂਇਆ। ਇਹ ਬੰਦਾ ਨਾ, ਮੈਂ ਜਦੋਂ ਹਜ਼ੂਰੀ ਚ ਗਿਆ ਨਾ, ਫਿਰ ਮੈਨੂੰ ਨੌਲੇਜ ਆਈ, ਫਿਰ ਮੈਨੂੰ ਗਿਆਨ ਆਇਆ ਭਾਈ ਇਹ ਧਨ ਦੌਲਤ ਕਿਸੇ ਕੰਮ ਦਾ ਨਹੀਂ ਆ। ਯਹੋਵਾ ਦੀ ਹਜ਼ੂਰੀ ਮੇਰੇ ਲਈ ਜ਼ਰੂਰੀ ਆ, ਯਹੋਵਾ ਪਰਮੇਸ਼ਰ ਦਾ ਮਸਾ ਮੇਰੇ ਲਈ ਜ਼ਰੂਰੀ ਆ। ਹਾਲੇਲੂਇਆ। ਹਾਂਜੀ ਅੱਗੇ ਕੀ ਲਿਖਿਆ। ਫਿਰ ਵੀ ਮੈਂ ਸਦਾ ਤੇਰੇ ਸੰਗ ਹਾਂ, ਹਾਂਜੀ।
ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ। ਹਾਲੇਲੂਇਆ। ਜਦੋਂ ਹਜ਼ੂਰੀ ਚ ਗਿਆ ਫੇਰ ਹੀ ਪਤਾ ਲੱਗਿਆ ਭਾਈ ਮੈਂ ਤਾਂ ਤੇਰੇ ਨਾਲ ਆ ਹਮੇਸ਼ਾ ਦੇ ਲਈ। ਉਹ ਧਨਵਾਨਾਂ ਦੇ ਨਾਲ ਤੇ ਪਰਮੇਸ਼ਰ ਨਹੀਂ ਆ, ਉਹਨਾਂ ਦੇ ਨਾਲ ਤੇ ਖੁਦਾ ਨਹੀਂ ਆ, ਪਰ ਆਂਦਾ ਮੈਂ ਤੇਰੇ ਨਾਲ ਆ, ਮੈਂ ਤੇਰਾ ਸੱਜਾ ਹੱਥ ਫੜੀ ਬੈਠਾ ਔਰ ਮੈਂ ਤੇਰੇ ਨਾਲ ਨਾਲ ਚੱਲ ਰਿਹਾ ਹਾਂ। ਕਦੇ ਫੀਲ ਕੀਤਾ ਹੈ, ਕਦੇ ਮਹਿਸੂਸ ਕੀਤਾ ਹੈ ਕਿ ਅੱਜ ਯਿਸੂ ਮਸੀਹ ਮੇਰੇ ਨਾਲ ਜਾ ਰਿਹਾ ਵਾ। ਕਦੇ ਫੀਲ ਕਰਿਓ ਜਾਂਦੇ ਰਸਤੇ ਦੇ ਵਿੱਚ ਕਿ ਮੈਂ ਅੱਜ ਜਾ ਰਿਹਾ ਤੇ ਯਿਸੂ ਮਸੀਹ ਮੇਰੇ ਹੱਥ ਨੂੰ ਫੜ ਕੇ ਲੈ ਕੇ ਜਾ ਰਿਹਾ। ਹਾਲੇਲੂਇਆ। ਕਦੇ ਕਰਿਓ ਫੀਲ ਰੱਬ ਦੇ ਪਿਆਰਿਓ, ਕਦੇ ਫੀਲ ਕਰਿਓ ਕਿ ਪ੍ਰਭੂ ਦਾ ਆਤਮਾ ਮੇਰੇ ਨਾਲ ਚੱਲ ਰਿਹਾ ਵਾ, ਪਰਮੇਸ਼ਰ ਮੇਰੇ ਨਾਲ ਜਾ ਰਿਹਾ ਵਾ। ਪ੍ਰਾਰਥਨਾ ਕਰਕੇ ਚੱਲੋਗੇ ਤੇ ਖੁਦਾ ਦੀ ਹਜ਼ੂਰੀ ਨੂੰ ਫੀਲ ਕਰੋਗੇ, ਕਿਉਂਕਿ ਜਦੋਂ ਦੀ ਹਜ਼ੂਰੀ ਚਾਹੋਗੇ, ਇਹ ਹਜ਼ੂਰੀ ਬੜਾ ਜ਼ਰੂਰੀ ਆ। ਅੱਜ ਵਿਸ਼ਵਾਸੀਆਂ ਦੇ ਜੀਵਨ 'ਚ ਇਹ ਕੋਈ ਮਹੱਤਵ ਨਹੀਂ ਰੱਖਦਾ ਐਤਵਾਰ ਵਾਲਾ ਦਿਨ। ਅੱਜ ਪਾਮ ਸੰਡੇ ਡੇ ਹੈ। ਅੱਜ ਕਿਹੜਾ ਡੇ ਆ? ਪਾਮ ਸੰਡੇ ਡੇ ਦਿਨ ਵਾਜ। ਉਸ ਦਿਨ ਯਿਸੂ ਮਸੀਹ ਗਧੇ ਦੇ ਬੱਚੇ ਉੱਪਰ ਬੈਠਾ ਸੀਗਾ ਪਰ ਇੱਕ ਭਵਿਸ਼ਵਾਣੀ ਪੂਰੀ ਹੋਈ ਸੀ ਉਸ ਦਿਨ ਕਿ ਤੇਰਾ ਜਿਹੜਾ ਰਾਜਾ ਹੈ ਸਿਯੋਨ ਤੇਰਾ ਜਿਹੜਾ ਰਾਜਾ ਉਹ ਗਧੀ ਦੇ ਬੱਚੇ ਉੱਤੇ ਆਵੇਗਾ। ਔਰ ਇਹ ਭਵਿਸ਼ਵਾਣੀ ਯਿਸੂ ਮਸੀਹ ਨੇ ਪੂਰੀ ਕੀਤੀ ਸੀ ਔਰ ਰਾਜਾ ਯਿਸੂ ਮਸੀਹ ਬਣ ਕੇ ਆਇਆ ਸੀ। ਔਰ ਉਹ ਜਿਹੜਾ ਜਾਨਵਰ ਹੈ ਨਾ, ਉਹ ਜਮਾਂ ਹੀ ਮਤਲਬ ਆਪਾਂ ਨੀਵਾ ਸਮਝਦੇ ਆ ਨਾ, ਭੈੜਾ ਸਮਝਦੇ ਆ, ਪਰ ਜਦੋਂ ਯਿਸੂ ਮਸੀਹ ਉਹਦੇ ਉੱਤੇ ਬੈਠਾ ਨਾ, ਉਸ ਜਾਨਵਰ ਦੀ ਕਦਰ ਬਣ ਗਈ। ਲੋਕ ਉਹਦੇ ਅੱਗੇ ਕੱਪੜੇ ਵਿਛਾਉਣ ਲੱਗ ਗਏ, ਲੋਕ ਉਹਦੇ ਅੱਗੇ ਵਧੀਆ ਖੰਜੂਰ ਦੀਆਂ ਟਾਹਣੀਆਂ ਵਿਛਾਉਣ ਲੱਗ ਗਏ। ਕਦਰ ਬਣ ਗਈ ਜਦੋਂ ਉਹਦੇ ਉੱਤੇ ਬਹਿ ਗਿਆ ਯਿਸੂ ਮਸੀਹ। ਤੇ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਉਹਨੂੰ, ਡੰਡੇ ਮਾਰਦੇ ਸੀ ਉਹਦੇ ਔਰ ਉਤੋਂ ਵਜਨ ਢੋਇਆ ਜਾਂਦਾ ਸੀਗਾ, ਪਰ ਜਦੋਂ ਯਿਸੂ ਮਸੀਹ ਉਹਦੇ ਜੀਵਨ 'ਚ ਉਹਦੇ ਉੱਤੇ ਬੈਠਾ ਔਰ ਉਹਦੀ ਕਦਰ ਬਣੀ। ਭੈਣੋ ਭਾਈਓ, ਸਾਨੂੰ ਵੀ ਪਰਮੇਸ਼ਵਰ ਜਦੋਂ ਸਾਡੀ ਜ਼ਿੰਦਗੀ 'ਚ ਆਉਂਦਾ ਫਿਰ ਸਾਡੀ ਕਦਰ ਬਣਦੀ ਹੈ। ਭਲਾ ਅਸੀਂ ਕਿੰਨਾ ਵੀ ਨੀਵਾਂ ਕਿਉਂ ਨਾ ਹੋਈਏ, ਖੁਦਾ ਸਾਡੀ ਕਦਰ ਨੂੰ ਬਣਾਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਸੋ ਇਸ ਬਾਣੀ ਦੇ ਵਿੱਚ ਕੀ ਲਿਖਿਆ ਆਇਆ ਕਿ ਆਂਦਾ ਮੈਂ ਤੇਰੇ ਸੱਜੇ ਹੱਥ ਨੂੰ ਫੜਿਆ ਹੈ ਸੱਚਮੁੱਚ। ਹਜ਼ੂਰੀ ਜਾ ਕੇ ਹੀ ਪਤਾ ਲੱਗੂ ਤੁਹਾਨੂੰ ਪ੍ਰਭੂ ਨੇ ਤੁਹਾਡਾ ਸੱਜਾ ਹੱਥ ਫੜਿਆ ਹੋਇਆ। ਘਬਰਾਓ ਨਾ, ਚਿੰਤਾ ਨਾ ਕਰੋ ਕਿਸੇ ਵੀ ਗੱਲ ਦੀ, ਪਰ ਖੁਦਾ ਤੁਹਾਡੇ ਨਾਲ ਹੈ, ਤੁਹਾਡੇ ਸੰਗ ਹੈ ਪਰਮੇਸ਼ਵਰ। ਔਰ ਖੁਦਾਵੰਦ ਤੁਹਾਨੂੰ ਤਿਆਰ ਕਰਦਾ ਹੈ ਦੁੱਖਾਂ ਦੇ ਵਿੱਚ ਦੀ ਪਾ ਕੇ। ਪਰਮੇਸ਼ਵਰ ਤੁਹਾਨੂੰ ਰੈਡੀ ਕਰਦਾ ਹੈ। ਬਹੁਤ ਸਾਰ ਕਈ ਵਾਰ ਕੀਆ ਤੁਹਾਨੂੰ ਜਾਣ ਬੁੱਝ ਕੇ ਪਰਮੇਸ਼ਵਰ ਪਰੇਸ਼ਾਨੀਆਂ ਦੇ ਵਿੱਚ ਲੈ ਕੇ ਆਉਂਦਾ, ਕਿਉਂਕਿ ਕੋਈ ਵੀ ਬੰਦਾ ਫੌਜ ਦੇ ਵਿੱਚ ਲੱਗਣਾ ਹੋਵੇ ਤੇ ਉਹਨੂੰ ਪਹਿਲਾਂ ਟ੍ਰੇਨਿੰਗ ਦੇ ਵਿੱਚ ਜਾਣਾ ਪੈਂਦਾ, ਉਹਨੂੰ ਪਹਿਲਾਂ ਦੁਖੀ ਕਰਨਾ ਪੈਂਦਾ। ਭਾਈ ਇਹ ਬੰਦਾ ਕਿਤੇ ਅੱਗੇ ਵੈਰੀ ਆ ਜਾਏ ਔਰ ਇਹ ਕਿਤੇ ਤੋਂ ਰਵਲ ਨਾ ਚੱਲੇ ਉੱਤੇ ਜਾ ਕੇ ਤੇ ਨਾ ਇਹ ਤੋਂ ਭੱਜਾ ਜਾਏ ਤੇ ਮਰ ਕੇ ਆਊਗਾ ਉਧਰੋਂ ਦਾ। ਫਿਰ ਸੀਨੇ ਵਿੱਚ ਗੋਲੀ ਖਾ ਕੇ ਹੀ ਮੁੜੂਗੇ। ਤਾਂ ਇਸ ਤਰ੍ਹਾਂ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਤੁਹਾਨੂੰ ਖੁਦਾ ਤਿਆਰ ਕਰਨਾ ਚਾਹੁੰਦਾ ਹੈ, ਤੁਹਾਨੂੰ ਤਿਆਰ ਕਰਦਾ ਹੈ ਤੁਹਾਨੂੰ ਦੁੱਖਾਂ ਦੇ ਵਿੱਚ ਦੀ ਪਾ ਕੇ। ਜੇ ਕੋਈ ਸੇਵਕਾਂ ਲਈ ਕਿਸੇ ਨੂੰ ਤਿਆਰ ਕਰਦਾ ਹੈ ਤੇ ਪਹਿਲਾਂ ਉਹਨੂੰ ਦੁੱਖਾਂ 'ਚ ਪਾਉਂਦਾ, ਆਂਦਾ ਪਹਿਲਾਂ ਦੁੱਖ ਵੇਖ ਤੂੰ ਕੀ ਚੀਜ਼ ਹੁੰਦੀ ਆ, ਪਰੇਸ਼ਾਨੀ ਨੂੰ ਵੇਖ ਕੀ ਚੀਜ਼ ਵਾ, ਮਹਿਸੂਸ ਕਰ ਇਹ ਚੀਜ਼ ਕੀ ਆ। ਹਾਲੇਲੂਇਆ। ਤਾਂ ਕਿ ਫੇਰ ਲੋਕਾਂ ਦੇ ਦੁੱਖਾਂ ਨੂੰ ਸਮਝ ਸਕੇ, ਫੇਰ ਜਾ ਕੇ ਤੂੰ ਲੋਕਾਂ ਦੀ ਪਰੇਸ਼ਾਨੀਆਂ ਨੂੰ ਸਮਝੇ ਜਾ ਕੇ। ਠੀਕ ਹੈ ਜੀ। ਸੋ ਇਸ ਲਈ ਪਰਮੇਸ਼ਵਰ ਤੁਹਾਨੂੰ ਮੈਨੂੰ ਪਿਆਰ ਕਰਦਾ ਹੈ ਔਰ ਉਹ ਇਸ ਲਈ ਤੁਹਾਨੂੰ ਦੁੱਖਾਂ ਦੇ ਵਿੱਚ ਪਾਉਂਦਾ ਤਾਂ ਕਿ ਖੁਦਾਵੰਦ ਤੁਹਾਨੂੰ ਸਿੱਧ ਕਰ ਸਕੇ, ਸੰਪੂਰਨ ਕਰ ਸਕੇ। ਪਰ ਸਿੱਧ ਔਰ ਸੰਪੂਰਨ ਹੋਣ ਦੇ ਲਈ ਪਰਮੇਸ਼ਰ ਦਾ ਰੂਹ ਤੁਹਾਡੀ ਮਦਦ ਕਰੇ। ਪਰ ਘਬਰਾਉਣਾ ਨਹੀਂ ਕਿਸੇ ਵੀ ਗੱਲ ਤੋਂ, ਚਿੰਤਾ ਨਾ ਕਰੋ, ਖੁਦਾਵੰਦ ਤੁਹਾਡੇ ਨਾਲ ਹੈ। ਪਰ ਮਿਹਨਤ ਕਰੋ, ਪ੍ਰਾਰਥਨਾ ਕਰੋ, ਕਦੇ ਜੀਵਨ 'ਚ ਹਾਰੋਗੇ ਨਹੀਂ ਆ ਔਰ ਕਦੇ ਵੀ ਕੋਈ ਬੰਧਨ ਤੁਹਾਡੇ ਜੀਵਨ 'ਚ ਅੜਿਆ ਖੜਾ ਨਹੀਂ ਰਹੇਗਾ। ਅਗਰ ਦੁਆ ਹੈ ਤਾਂ ਤੁਹਾਡੀ, ਪ੍ਰਾਰਥਨਾ ਹੈ ਤਾਂ ਤੁਹਾਡੀ, ਬਾਹਰ ਦੇ ਲੋਕਾਂ ਵੱਲ ਨਾ ਵੇਖੋ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆ ਕੇ ਪਤਾ ਕਰੋ। ਔਰ ਖੁਦਾਵੰਦ ਜਿਵੇਂ ਇਸ ਬੰਦੇ ਨੂੰ ਦੱਸਿਆ ਪਰਮੇਸ਼ਰ ਦੇ ਰੂਹ ਨੇ, ਪਰ ਆਂਦਾ ਮੈਨੂੰ ਫੇਰ ਸਮਝ ਆਈ ਜਦੋਂ ਪ੍ਰਭੂ ਦੀ ਆਤਮਾ ਨੇ ਮੈਨੂੰ ਦੱਸਿਆ ਇਸ ਗੱਲਾਂ। ਠੀਕ ਹੈ ਜੀ। ਸੋ ਪ੍ਰਭੂ ਧੰਨਵਾਦ ਦੇ ਇਸ ਵਚਨਾਂ ਦੁਆਰਾ ਆਓ ਸਭ ਜਣ ਅੱਖਾਂ ਨੂੰ ਬੰਦ ਕਰੀਏ, ਦੁਆ ਕਰੀਏ ਸਭ।